ਧੰਨ ਵਾਹਿਗੁਰੂ ਸਾਹਿਬ ਜੀਓ, ਜਿਉ ਸੁਪਨਾ ਅਰ ਵੇਖਣਾ, ਐਸੇ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਜਿਉ ਸੁਪਨਾ ਅਰ ਵੇਖਣਾ, ਐਸੇ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮ ਕਰਕੇ ਹਰ ਇੱਕ ਚੀਜ਼ ਦੇ ਦੋ ਪਾਸੇ ਹੁੰਦੇ ਨੇ। ਇੱਕ ਬਾਹਰਲਾ ਰੂਪ ਹੁੰਦਾ ਹੈ, ਇੱਕ ਅੰਦਰੂਨੀ ਅਸਲੀਅਤ ਹੁੰਦੀ ਹੈ। ਬਹੁਤ ਵਾਰੀ ਮਨੁੱਖ ਬਾਹਰੋਂ ਹੀ ਦੇਖ ਕੇ ਤੇ ਆਪਣੀ ਸੋਚ ਮੁਤਾਬਕ ਉਹਦੇ ਅੰਦਾਜ਼ੇ ਲਾ ਲੈਂਦਾ ਹੈ, ਪਰ ਕਿਸੇ ਸਿਆਣੇ ਕੋਲ ਬੈਠਿਆਂ ਉਹਨੂੰ ਅਸਲੀਅਤ ਦਾ ਪਤਾ ਲੱਗਦਾ ਵੀ ਅਸਲ ਕੀ ਹੈ। ਬਾਹਰੀ ਤੌਰ ਤੇ ਬਹੁਤ ਵਾਰੀ ਅਸਲੀਅਤ ਜਿਹੜੀ ਆ ਉਹ ਛੁਪ ਜਾਂਦੀ ਹੈ, ਨਹੀਂ ਪਤਾ ਲੱਗਦਾ, ਨਹੀਂ ਅਹਿਸਾਸ ਹੁੰਦਾ। ਸੱਚ ਕਰਕੇ ਜਾਣਿਓ, ਗੁਰਦੇਵ ਆਖਦੇ ਨੇ, ਕਹਿੰਦੇ ਭਲਿਆ ਜੇ ਤਾਂ ਤੂੰ ਵੀ ਗੁਰੂ ਨਾਲ ਜੁੜ ਕੇ ਜਗਤ ਦੀ ਅਸਲੀਅਤ ਨੂੰ ਵੇਖੇ, ਤੈਨੂੰ ਪਤਾ ਲੱਗ ਜਾਏਗਾ। ਪਰ ਤੂੰ ਆਪਣੀ ਸੋਚ ਨਾਲ ਦੁਨੀਆ ਨੂੰ ਵੇਖਣਾ ਹੈ। ਇਸ ਲਈ ਬਹੁਤ ਵਾਰੀ ਐਸਾ ਕਾਰਨ ਬਣ ਜਾਂਦਾ ਹੈ, ਤੂੰ ਸੱਚ ਸਮਝ ਨਹੀਂ ਪਾਉਂਦਾ। ਕਿ ਗੁਰੂ ਦਾ ਇੱਕ ਕੰਮ ਹੈ ਵੀ ਅਸਲੀਅਤ ਦੇ ਨੇੜੇ ਲਾਉਣਾ। ਗੁਰੂ ਤੇ ਹਮੇਸ਼ਾ ਹੀ ਤੱਤ ਦੀ ਗੱਲ ਸਾਡੀ ਝੋਲੀ ਪਾਉਂਦੇ ਨੇ। ਅਸਲੀਅਤ, ਹਕੀਕਤ ਜੋ ਸੱਚ ਵਿੱਚ ਹੈ, ਉਹ ਸਾਡੀ ਝੋਲੀ ਪਾਉਂਦੇ ਨੇ। ਤੋ ਅੱਜ ਸੱਚੇ ਪਾਤਸ਼ਾਹ ਨੇ ਜਗਤ ਦੀ ਤਸਵੀਰ ਸਾਡੇ ਸਾਹਮਣੇ ਰੱਖੀ ਵੀ ਜਗਤ ਅਸਲ ਵਿੱਚ ਹੈ ਕਿਹੋ ਜਿਹਾ। ਜਿਸ ਦੁਨੀਆ ਨਾਲ ਅਸੀਂ ਜੁੜੇ ਬੈਠੇ ਹਾਂ, ਉਹ ਅਸਲ ਵਿੱਚ ਦੁਨੀਆ ਹੈ ਕੀ ਚੀਜ਼, ਸੰਸਾਰ ਕੀ ਹੈ। ਸਾਹਿਬ ਨੇ ਦੋ ਉਦਾਹਰਨਾਂ ਦਿੱਤੀਆਂ ਨੇ। ਨੰਬਰ ਇੱਕ ਉਦਾਹਰਨ ਦਿੱਤੀ ਵੀ ਜਿਵੇਂ ਮਨੁੱਖ ਸੁਪਨਾ ਵੇਖਦਾ ਹੈ। ਦੂਜੀ ਉਦਾਹਰਨ ਦਿੱਤੀ ਜਿਵੇਂ ਮਨੁੱਖ ਤਮਾਸ਼ਾ ਵੇਖਦਾ ਹੈ। ਫਰਕ ਸਿਰਫ ਇੰਨਾ, ਤਮਾਸ਼ਾ ਖੁੱਲੀ ਅੱਖ ਦਾ ਸੁਪਨਾ ਹੁੰਦਾ ਹੈ ਜਾਂ ਤਮਾਸ਼ਾ ਹੀ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਕਹਿ ਲਈਏ, ਜਿਹੜਾ ਸੁਪਨਾ ਉਹ ਬੰਦ ਅੱਖ ਦਾ ਤਮਾਸ਼ਾ ਹੈ। ਦੋਵੇਂ ਹੀ ਤਮਾਸ਼ੇ ਨੇ, ਹੈ ਦੋਵੇਂ ਹੀ ਤਮਾਸ਼ੇ ਨੇ, ਇੱਕ ਬੰਦ ਅੱਖ ਦਾ, ਇੱਕ ਖੁੱਲੀ ਅੱਖ ਦਾ। ਸਤਿਗੁਰੂ ਸਾਨੂੰ ਦੋਨਾਂ ਦੀ ਅਸਲੀਅਤ ਸਮਝਾਉਂਦੇ ਨੇ, ਹਕੀਕਤ ਸਮਝਾਉਂਦੇ ਨੇ। ਹੁਣ ਜਦੋਂ ਸੁਪਨਾ ਆਵੇ ਤੇ ਗੱਲ ਚੇਤੇ ਰੱਖਿਓ, ਜੇ ਸੁਪਨੇ 'ਚ ਇਹ ਪਤਾ ਲੱਗ ਜਾਏ ਵੀ ਇਹ ਝੂਠਾ ਹੈ ਤੇ ਫਿਰ ਉਹ ਸੁਪਨਾ ਨਹੀਂ ਹੁੰਦਾ, ਫਿਰ ਤੋਂ ਸੱਚ ਪਤਾ ਲੱਗ ਗਿਆ। ਸੁਪਨੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ, ਜੋ ਕੁਝ ਦਿਸਦਾ ਹੈ ਅਸੀਂ ਉਹਨੂੰ ਬਕਾਇਦਾ ਮਾਣ ਰਹੇ ਹੁੰਦੇ ਹਾਂ। ਸੁਪਨਾ ਦੁਖਦਾਈ ਹੋਵੇ ਤੇ ਅਸੀਂ ਦੁਖੀ ਹੋਏ ਹੁੰਦੇ ਹਾਂ। ਸੁਪਨਾ ਸੁਖਦਾਈ ਹੋਵੇ ਤੇ ਸਾਨੂੰ ਉਹ ਸੁੱਖ ਮਿਲਦਾ ਹੈ ਸੁਪਨੇ ਵਿੱਚ। ਹਾਲਾਂਕਿ ਪਏ ਬਿਸਤਰ ਤੇ ਹੀ ਹੈ, ਪਰ ਸੁਪਨਾ ਆਇਆ। ਸੁਪਨੇ ਦੇ ਦੁੱਖ ਨੇ ਸਾਨੂੰ ਦੁਖੀ ਵੀ ਕੀਤਾ, ਸੁਪਨੇ ਦੇ ਸੁੱਖ ਨੇ ਸਾਨੂੰ ਸੁਖੀ ਵੀ ਕੀਤਾ। ਸੱਚ ਨਹੀਂ ਸੀ। ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿਣ ਲੱਗੇ ਭਲਿਆ ਤੂੰ ਸੁਪਨੇ ਨਾਲ ਚਿੱਤ ਲਾਈ ਬੈਠਾ ਹੈ। ਇਸ ਦੁਨੀਆ ਵਿੱਚੋਂ ਸੱਚ ਸਮਝ ਨਹੀਂ ਪਾਇਆ। ਗੁਰਬਾਣੀ ਵਿੱਚ ਕੁਝ ਬਚਨ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰੀਏ।
अब्बा भरम मिटावो अपना, या संसार सगल है सुपना। कहते अपना भरम मिटा दे, ये सुपना है। जिन्ना चਿਰ देखते हैं उन्ना चਿਰ सारिया चीज़ां चंगियां लगदियां ने, सच लगदियां ने, पर जदों जाग पैना सुपने की एक भी चीज़ असी अपनी जिंदगी च नहीं वरती होएगी। कोई दुनिया में ऐसा बंदा नहीं हो सकता जिहड़ा सुपने में प्राप्त हुई चीज़ नूं हकीकत में वरतदा हो, सच में वरतदा हो। सब कहने जितना भी जगत है ये तू जो कुछ भी बनाई बैठा ना, इन्हें तेरी असल जिंदगी च कम नहीं आना। हाँ, सुपना वेखण लई बड़ा वधिया है, बहुत वधिया, पर जिवें सुपने की कोई वस्तु साडे कम नहीं आउंदी, इस तरह याद रखियो संसार की किसी भी चीज़ ने सानू चंगे इंसान बनने में मदद नहीं करनी। वो केवल गुरु नहीं करनी है, वो केवल मालिक नहीं करनी, वो केवल असलीयत नहीं करनी है। सतगुरु का एक वचन होर ध्यान में रखियो, जग सुपना बाजी बनी, खिड़ में खेल खिलाए, संजोगी मिले एक से बेजोगी उठ जाए। कहते सुपना की है? सुपना बस इन्नी कहानी है, जिन्ना चਿਰ तेरे को रब की सत्य है, रब की ताकत है, उन्ना चਿਰ तू सुपना वेखना है। जदों लै जाता है संजोग ते विजोग की कहानी है, बस सुपना बनता है, सुपना टुटता है, गल तो इन्नी कोई है। जग सुपना बाजी बनी, ये तो जग सुपने की तरह है, जग सुपने जैसा, ये संसार सुपने बदतर है। इस गल में भुल ना जाई कदे, असलीयत में तेरे किसी काम नहीं आना। असलीयत में जाग के भी कुछ करने की कोशिश कर, सच में भी कुछ करने की कोशिश कर। सुपने जो धन पछान, काहे पर करत मान, बारों की पीत जैसे बसटा को राज है। कहते तो रेत की कंध वांगू सजना सुपना है, सुपना टुट गया तेरे पल्ले कख नहीं रहना। सुपने सेती चित मूर्ख लाया। कहते सुपने नाल चित लाने वाला कोई सियाणा दाना बंदा नहीं होंदा, उन्हें मूर्ख ही कहते हैं। सी तो बहुत वधिया, सुपने जाके भुल गया। एक शब्द होर बड़े ध्यान नाल सुनो, हजूर आखते ने, कहते वेख तेरिया अखां के सामने हकीकत रोज वरतदी है। नरपत एक सिंघासन सोया, बिस्तरे ते भी नहीं सुता, सिंघासन ते। नरपत एक सिंघासन सोया, सुपने पया भिखारी। कहते अचानक गंभीर फैसले करदा करदा तो किते सोच विच सुस्ती पै गई, सौ गया, घड़ी पल झपकी लग गई। नरपत नरपत कहते ने राजे नूं, नरपत एक सिंघासन सोया, सुपने पया भिखारी। अछत राज विछड़त दुख पाया, सोगत पई हमारी। अछत का अर्थ हुंदा हुंदियां सुंदियां, राज दे हुंदियां सुंदियां वो दुखी हो रहा, मैं भिखारी हो गया। सीता भी रब का पुत्र, पर सुपने नाल जुड़ गया, असलीयत तो टुट गया। जे किते असलीयत नूं समझ लवे, सच करके जाने हो, इसकी जिंदगी तब्दील हो जाएगी। बड़ी तवज्जो देखी, एक गल सुनियो। राजे दे महलों में एक चीख आई, बड़ी दर्द भरी। ते राजा अपने दरबार में बैठा हैरान होया भी चीख रानी दी है ते बड़ी दर्द भरी है। छड़ के भज के चला के जाके पता करा की गल हुई। रानी कहन लगी अपना बेटा बेहोश होकर डिग पिया, पता नहीं की कारण बनया। वैद हकीम इकट्ठे होए, राजा अपने पुत्र नूं गोद विच लेके बैठा है। दिन लंघ गया, रात लंघ गई, दूजा दिन लंघ गया, पासे भी नहीं हुंदे। वो वाली रात विच जिहड़ी अगली रात है, उहदे विच किते गोद विच पुੱਤ पाया होया, किते निक्की जी झपकी लगी राजे दी। रानी दी फिर चीख निकल गई, वो टुटी जाग खुली
ਤੇ ਫਿਰ ਪੁੱਛਦਾ ਵੀ ਕੀ ਗੱਲ ਹੋ ਗਈ। ਕਹਿਣ ਲੱਗੀ ਪਤਾ ਨਹੀਂ ਕਿਹੜੇ ਖਿਆਲਾਂ 'ਚ ਗੁਆਚੇ ਹੋਏ, ਤੇਰੀ ਗੋਦ 'ਚ ਪਿਆ ਪੁੱਤ ਚੜਾਈ ਕਰ ਗਿਆ। ਰਾਜਾ ਖੜਖੜਾ ਕੇ ਹੱਸਿਆ। ਸਾਰਿਆਂ ਨੂੰ ਇਉਂ ਲੱਗਿਆ ਵੀ ਸ਼ਾਇਦ ਇਹ ਸਦਮਾ ਨਹੀਂ ਸਹਾਰ ਸਕਿਆ। ਜੇ ਹਾਲਾਤਾਂ ਦੇ ਮੁਤਾਬਕ ਮਨੁੱਖ ਹਰਕਤਾਂ ਨਾ ਕਰੇ, ਅਸੀਂ ਉਹਨੂੰ ਬਾਬਰਾ ਕਹਿੰਦੇ ਹਾਂ। ਹਾਲਾਤ ਕੁਛ ਹੋਰ ਹੋਣ ਤੇ ਕਰੇ ਕੁਛ ਹੋਰ। ਮਾਹੌਲ ਹਾਸੇ ਦਾ ਹੋਵੇ ਉਹ ਰੋਵੇ, ਤੇ ਮਾਹੌਲ ਰੋਣ ਦਾ ਹੋਵੇ ਉਹ ਹੱਸੇ। ਤੈਨੂੰ ਪੁੱਛਿਆ ਵੀ ਰਾਜਨ ਹੋਸ਼ ਕਰ, ਤੇਰੀ ਗੋਦ ਵਿੱਚ ਪਿਆ ਪੁੱਤ ਚੜਾਈ ਕਰ ਗਿਆ। ਕਹਿੰਦਾ ਤਾਂ ਹੀ ਤਾਂ ਹੱਸਦਾ, ਹੋਸ਼ ਹੀ ਹੋਣਾ ਹੀ ਹੈ। ਕਹਿਣ ਲੱਗੇ ਕਿੱਧਰ ਦੀ ਗੱਲ ਹੋਈ। ਕਹਿਣ ਲੱਗੇ ਸੱਚ ਕਰਕੇ ਜਾਣਿਓ, ਮੈਨੂੰ ਸੁਪਨਾ ਆਇਆ। ਮੈਨੂੰ ਅਚਾਨਕ ਬੈਠੇ ਇਹ ਅੱਖ ਲੱਗੀ ਮਾੜੀ ਜਿਹੀ, ਸੁਪਨਾ ਆਇਆ ਮੇਰਾ ਪਰਿਵਾਰ ਹੈ, ਘਰ ਵਾਲੀ ਹੈ, ਮੇਰੇ 4 ਬੱਚੇ ਨੇ, ਮਾਤਾ ਪਿਤਾ ਸਕੇ ਸੰਬੰਧੀ ਸਾਰਾ ਅਸੀਂ ਬੜੇ ਹੱਸ ਖੇਡ ਰਹੇ ਹਾਂ। ਤੁਸੀਂ ਚੀਕ ਮਾਰੀ ਤੇ ਉਹ ਸੁਪਨਾ ਟੁੱਟ ਗਿਆ। ਹੁਣ ਮੈਨੂੰ ਸਮਝ ਨਹੀਂ ਲੱਗਦੀ ਭਈ ਮੈਂ ਇੱਕ ਨੂੰ ਰੋਵਾਂ ਕਿ ਉਹਨਾਂ 10 ਨੂੰ ਰੋਵਾਂ। ਇਹ ਖੁੱਲੀ ਅੱਖ ਦਾ ਸੁਪਨਾ, ਬੰਦ ਅੱਖ ਦਾ ਸੁਪਨਾ ਸੀ। ਮੈਂ ਬੇਨਤੀ ਕਰਾਂ ਪਿਆਰ ਵਾਲਿਓ, ਗੱਲ ਕੱਲੀ ਸੁਪਨੇ ਦੀ ਨਹੀਂ ਹੈ, ਗੱਲ ਅਸਲੀਅਤ ਨੂੰ ਸਮਝਣ ਦੀ ਹੈ। ਆਪਣੇ ਆਪਣੇ ਅੰਦਰ ਜਾ ਕੇ, ਆਪਣੇ ਆਪਣੇ ਅੰਦਰ ਜਾ ਕੇ ਜਿਸ ਦਿਨ ਵੀ ਤੁਸੀਂ ਗੁਰਬਾਣੀ ਦੇ ਇੱਕ ਸ਼ਬਦ ਨੂੰ ਵੀ ਸਮਝ ਲਿਆ ਨਾ, ਜੀਵਨ ਤਬਦੀਲ ਹੋ ਜਾਣਾ। ਅੰਦਰ ਜਾ ਕੇ ਆਪਣੇ ਆਪ ਨੂੰ ਪੁੱਛ ਮਨਾ, ਕਿੰਨੇ ਬੇਈਮਾਨੇ ਕਰਨਾ ਹੈ, ਕਿੰਨਿਆਂ ਦਾ ਹੱਕ ਖੋਹਣਾ ਹੈ, ਕਿੰਨਿਆਂ ਦੇ ਅਥਰੂ ਲਿਆਉਣਾ ਹੈ ਅੱਖਾਂ ਵਿੱਚ, ਕਾਹਦੇ ਲਈ। ਜਦ ਸਵੇਰ ਹੋਣੀ ਹੈ, ਜ਼ਿੰਦਗੀ ਦੀ ਰਾਤ ਮੁੱਕਣੀ ਹੈ, ਸੁਪਨਾ ਟੁੱਟ ਜਾਣਾ, ਇੱਕ ਵੀ ਚੀਜ਼ ਦੱਸ ਜਿਹੜੀ ਤੇਰੇ ਨਾਲ ਜਾਣੀ ਹੈ। ਹਜ਼ੂਰ ਦਾ ਇੱਕ ਬਚਨ ਹੈ ਬੜਾ ਪਿਆਰਾ, ਕਿਛ ਖਾਜੈ ਕਿਛ ਤਰ ਜਾਈਏ, ਜੇ ਬਹੁਤ ਦੁਨੀਆ ਆਈ ਹੈ। ਕਹਿੰਦੇ ਕੁਛ ਖਾ ਲੈ ਕਮਾ ਲੈ, ਕੁਛ ਧਰ ਕੇ ਚਲਾ ਜਾ, ਰੱਖ ਕੇ ਸਾਂਭ ਕੇ ਚਲਾ ਜਾ, ਜੇ ਮੁੜ ਕੇ ਤੂੰ ਦੁਨੀਆ 'ਚ ਆਉਣਾ ਹੋਵੇ। ਮਸਲਾ ਜਿਹੜਾ ਨਾ, ਜਿੰਨਾ ਵੀ ਆਪਾਂ ਧਰਮ ਦੀ ਰੋਜ਼ ਵਿਚਾਰ ਕਰਨੇ ਆ, ਇਹਦਾ ਮਤਲਬ ਸਿਰਫ ਇੰਨਾ ਵੀ ਬੁਰਾਈਆਂ ਛੱਡ ਦੇ, ਚੰਗਾ ਇਨਸਾਨ ਬਣ ਜਾ, ਬਸ ਤੱਤ ਭਾਵ ਇੰਨਾ ਹੀ ਹੁੰਦਾ ਹੈ। ਸਮਝ ਲਵੇ ਮਨੁੱਖ, ਜਦੋਂ ਸੁਪਨੇ ਨੇ ਟੁੱਟ ਜਾਣਾ। ਦੇਖੋ ਸੁਪਨੇ ਵੀ ਜਿਨ੍ਹਾਂ ਨੇ ਲਾਹਾ ਲੈਣਾ, ਉਹ ਸੁਪਨੇ 'ਚ ਵੀ ਲੈ ਲੈਂਦੇ ਨੇ। ਜਗਤ ਹੈ, ਜਗਤ ਵਿੱਚ ਸੁਪਨੇ 'ਚ ਵੀ ਬਹੁਤ ਕੁਝ ਮਿਲ ਸਕਦਾ ਹੈ। ਹਜ਼ੂਰ ਦੀ ਬਾਣੀ ਦਾ ਇੱਕ ਬਚਨ ਹੈ ਬੜਾ ਪਿਆਰਾ, ਸੁਪਨੇ ਉਬੀ ਭਈ। ਕਹਿੰਦੀ ਸੁਪਨੇ ਵਿੱਚ ਮੈਂ ਬੜੀ ਉੱਚੀ ਰੱਬ ਦੇ ਘਰ ਪਹੁੰਚ ਗਈ। ਫਿਰ ਦੂਜੀ ਸਹੇਲੀ ਪੁੱਛਦੀ ਹੈ, ਗਇਓ ਕੀ ਨਾ ਅੰਚਲਾ। ਕਹਿੰਦੀ ਤੂੰ ਰੱਬ ਦਾ ਪੱਲਾ ਕਿਉਂ ਨਾ ਪਕੜ ਲਿਆ। ਜਦ ਤੈਨੂੰ ਪਤਾ ਸੀ ਵੀ ਮੈਂ ਸੁਪਨੇ 'ਚ ਮਾਲਕ ਨੂੰ ਮਿਲ ਗਈ ਹੈ ਤੇ ਮਿਲੀ ਹੋਈ ਹੁਣ, ਤੇ ਫਿਰ ਹੱਥ ਛੱਡ ਕਿਉਂ ਦਿੱਤਾ। ਕਹਿੰਦੀ ਮੁਸ਼ਕਲ ਤਾਂ ਇਹ ਹੋਈ ਹੈ ਨਾ, ਸੁੰਦਰ ਪੁਰਖ ਬਿਰਾਜ ਪੇਖ ਮਨ ਬੰਚਲਾ। ਉਹਦੀ ਸੁੰਦਰਤਾ ਇੰਨੀ ਸੋਹਣੀ ਸੀ, ਜਦੋਂ ਮੈਂ ਦੇਖੀ ਨਜ਼ਰ ਭਰ ਕੇ ਮੇਰੀ ਜਾਨ ਖੁੱਲ ਗਈ, ਤੇ ਉੱਥੇ ਪੱਲੇ ਕੁਛ ਵੀ ਨਾ ਹੱਥ ਆਇਆ। ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਸੁਪਨੇ ਵਿੱਚ ਆ ਗਿਆ, ਤੜਫਾ ਕੇ ਚਲਾ ਚਲਿਆ। ਮੈਂ ਪੁੱਛਦੀ ਹਾਂ ਸਾਈਆਂ, ਆਈ ਨਾ ਸਕਾਂ ਤੁਝ ਕਨ ਪਿਆਰੇ, ਸੁਪਨੇ ਵਿੱਚ ਮਿਲੇ ਹੋਈ ਨੂੰ ਮੈਂ ਕਿੱਥੇ ਲੱਭਾਂ ਹੋਣਾ। ਭੇਜ ਨਾ ਸਕਾਂ ਕੋਏ, ਨਾ ਕੋਈ ਚਿੱਠੀ ਨਾ ਕੋਈ ਸੁਨੇਹਾ, ਕੁਛ ਵੀ ਨਹੀਂ ਕਰ ਸਕਦੀ। ਕੀ ਕਰਾਂ, ਤੜਫਾ ਕੇ ਤੁਰ ਗਏ। ਕਿਰਪਾ ਕਰ ਸਮਝਾ ਮੈਨੂੰ। ਹਜ਼ੂਰ ਆਖਦੇ ਨੇ, ਕਹਿੰਦੇ ਸੱਜਣਾ ਜੇ ਤੂੰ ਸੁਪਨਾ ਵੀ ਸਮਝ ਲਵੇਂ, ਦੁਨੀਆ ਨੇ ਸੁਪਨਿਆਂ ਚੋਂ ਵੀ ਲਾਹਾ ਲੈ ਲਿਆ। ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਨ ਹੀ ਮੇਰੇ ਤਨ ਕੋ ਚਾਮ। ਤੂੰ ਸਾਰੀ ਜ਼ਿੰਦਗੀ ਹਾਏ ਹਾਏ ਕਰਦਾ, ਤੇਰੇ ਸੁਪਨੇ ਵੀ ਹਾਏ ਹਾਏ ਵਾਲੇ ਨੇ। ਉਹ ਤੇਰੀ ਜ਼ੁਬਾਨੋਂ ਵਾਹਿਗੁਰੂ ਨਿਕਲ ਜਾਏ, ਕਿਤੇ ਸੁਪਨੇ 'ਚ ਵੀ ਤੂੰ ਵਾਹਿਗੁਰੂ ਕਹਿ ਦੇਵੇਂ। ਕਬੀਰ ਸਾਹਿਬ ਕਹਿੰਦੇ ਉਹਦੇ ਪੈਰਾਂ ਦਾ ਜੋੜਾ ਬਣਾਉਣਾ ਹੋਵੇ
ਤੇ ਕਿਸੇ ਦੇ ਘਰ ਨਾ ਜਾਇਓ, ਮੇਰੇ ਘਰ ਆ ਜਾਇਓ। ਕਬੀਰ ਸਾਹਿਬ ਤੁਸੀਂ ਤੇ ਕੱਪੜਾ ਬੁਣਦੇ ਹੋ। ਕਹਿੰਦੇ ਨਹੀਂ, ਮੈਂ ਕੰਮ ਨਹੀਂ ਭਾਵੇਂ ਜੁੱਤੀਆਂ ਦਾ ਕਰਦਾ, ਜੋੜੀਆਂ ਦਾ ਕੰਮ ਮੈਂ ਨਹੀਂ ਕਰਦਾ, ਲੋਕਾਂ ਦੇ ਪੈਰ ਢੱਕਣ ਦਾ ਕੰਮ ਮੈਂ ਨਹੀਂ ਕਰਦਾ, ਪਰ ਮੈਂ ਇੱਕ ਗੱਲ ਕਰਨਾ ਵੀ ਜੇ ਉਹਦੇ ਪੈਰਾਂ 'ਚ ਜੋੜਾ ਪਾਉਣਾ ਹੋਇਆ ਨਾ ਤਾਂ ਮੇਰੀ ਖੱਲ ਦਾ ਬਣਾ ਕੇ ਪਾਇਓ, ਜਿਹੜਾ ਸੁਪਨੇ 'ਚ ਵੀ ਵਾਹਿਗੁਰੂ ਕਹਿ ਦੇਵੇ। ਸਤਿਗੁਰੂ ਨੇ ਅੱਜ ਬੜਾ ਪਿਆਰਾ ਬਚਨ ਆਖਿਆ। ਇਹ ਇੱਕੋ ਹੀ ਮਿਸਾਲ ਆਪਾਂ ਵਿਚਾਰੀ ਹੈ। ਇਹਦਾ ਦੂਜਾ ਪੱਖ ਹੈ ਪੇਖਣਾ। ਪੇਖਣਾ ਦਾ ਅਰਥ ਹੁੰਦਾ ਤਮਾਸ਼ਾ। ਤਮਾਸ਼ਾ ਵੀ ਅਸੀਂ ਨਿੱਤ ਦਿਹਾੜੇ ਤਮਾਸ਼ੇ ਦਾ ਬਦਲਿਆ ਹੋਇਆ ਨਾ, ਅੱਜ ਪਿਕਚਰ ਕਹਿ ਲਓ, ਫਿਲਮ ਕਹਿ ਲਓ, ਕੋਈ ਸ਼ਬਦ ਲਾ ਲਓ, ਤਮਾਸ਼ਾ ਹੀ ਹੈ ਨਾ। ਇੱਕ ਬੇਨਤੀ ਮੈਂ ਕਰਨ ਲੱਗਾ ਹੈ ਕਿ ਤੁਸੀਂ ਉਹਨੂੰ ਤਵੱਜੋ ਦੇ ਕੇ ਸਰਵਣ ਕਰਨਾ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਫਿਰ ਆਪਾਂ ਅੱਗੇ ਤੁਰਨੇ। ਤੁਸੀਂ ਵੀ ਦੇਖਿਆ ਹੋਏਗਾ, ਮੈਂ ਵੀ ਦੇਖਿਆ, ਆਪਾਂ ਸਾਰੀ ਗ੍ਰਿਸ਼ਟੀ ਆਪਣੇ ਘਰਾਂ 'ਚ ਆਮ ਹੁੰਦਾ, ਟੀਵੀ ਤੇ ਲੱਗਿਆ ਹੋਇਆ ਕੋਈ, ਮੰਨ ਲਓ ਕਿਸੇ ਨੇ ਇੱਕ ਗੀਤ ਗਾਇਆ, ਗੀਤ ਗਾਇਆ ਉਹਨੇ ਭੈਣ ਦੇ ਰਿਸ਼ਤੇ ਦਾ, ਭਰਾ ਦੇ ਰਿਸ਼ਤੇ ਦਾ, ਮਾਂ ਬਾਪ ਦੇ ਰਿਸ਼ਤੇ ਦਾ, ਮਾਂ ਦੇ ਰਿਸ਼ਤੇ ਦਾ, ਕੋਈ ਸ਼ਬਦ ਲਾ ਲਓ। ਹੁਣ ਦੇਖੋ ਆਮ ਜੇ ਮਨੁੱਖ ਦੀ ਲਿਖੀ ਹੋਈ ਗੀਤ ਹੋਏਗਾ, ਆਖਰ ਰੱਬ ਤੇ ਹੈ ਨਹੀਂ। ਇੱਕ ਮਨੁੱਖ ਦਾ ਲਿਖਿਆ ਹੋਇਆ ਗੀਤ, ਇੱਕ ਗੀਤਕਾਰ ਦਾ ਲਿਖਿਆ ਹੋਇਆ ਗੀਤ ਇੱਕ ਗਾਇਕ ਨੇ ਗਾ ਦਿੱਤਾ, ਪਰ ਗਾਇਆ ਇਸ ਢੰਗ ਨਾਲ ਹੈ, ਉੱਥੇ ਜਿੰਨੇ ਲੋਕ ਬੈਠੇ ਸਨ ਸਾਰਿਆਂ ਦੀ ਅੱਖਾਂ 'ਚ ਪਾਣੀ ਆ ਗਿਆ। ਕੱਲਾ ਇੱਕ ਗੀਤ ਹੈ। ਇੱਕ ਘਰਾਂ 'ਚ ਆਮ ਦੇਖਦੇ ਨਾਟਕ ਚੱਲਦੇ ਨੇ, ਕੋਈ ਚੜ੍ਹਾਈ ਕਰ ਗਿਆ, ਹਾਲਾਂਕਿ ਉਹ ਨਾਟਕ ਹੈ, ਪਤਾ ਹੈ ਸੱਚ ਪਤਾ ਹੈ, ਇਸ ਬੰਦੇ ਨੇ ਕਈ ਫਿਲਮਾਂ ਬਣਾਈਆਂ ਨੇ, ਮਰ ਜਾਏ ਹਕੀਕਤ ਵਿੱਚ ਅਗਲੀ ਫਿਲਮ 'ਚ ਕਿਵੇਂ ਆਵੇ, ਇਹ ਸਾਰਾ ਡਰਾਮਾ ਹੈ, ਪਤਾ ਹੈ ਸਾਨੂੰ, ਹਕੀਕਤ ਵਿੱਚ ਪਤਾ ਹੈ, ਪਰ ਜਦ ਉਹ ਮਰਦਾ ਹੈ ਸੱਚ ਕਰਕੇ ਜਾਣੀ ਸਾਡੀ ਅੱਖਾਂ 'ਚ ਪਾਣੀ ਹੁੰਦਾ ਹੈ। ਮੈਂ ਸਿਰਫ ਇਤਨੀ ਗੱਲ ਪੁੱਛਣੀ ਚਾਹੁੰਦਾ, ਭਲਿਆ ਦੁਨੀਆ ਨੂੰ ਦੇਖ ਕੇ ਜਦ ਕਿ ਪਤਾ ਹੈ ਵੀ ਝੂਠਾ ਹੈ, ਜਦੋਂ ਫਿਲਮ ਨੇ ਖਤਮ ਹੋਣਾ ਹੈ, ਉਹਦੀ ਸਕਰੀਨ ਤੇ ਕੁਛ ਨਹੀਂ ਹੋਣਾ, ਉਹਨੂੰ ਦੇਖ ਕੇ ਤੂੰ ਰੋ ਵੀ ਪੈਂਦਾ, ਹੱਸ ਵੀ ਪੈਂਦਾ, ਇੰਨਾ ਤੇਰੇ ਤੇ ਪ੍ਰਭਾਵ ਪੈਂਦਾ। ਕਿਸੇ ਦਾ ਇੱਕ ਗਾਇਆ ਗੀਤ ਤੇਰੇ ਤੇ ਐਸਾ ਅਸਰ ਕਰਦਾ ਹੈ, ਤੇਰੀਆਂ ਅੱਖਾਂ 'ਚੋਂ ਪਾਣੀ ਕਢਵਾ ਦਿੰਦਾ ਹੈ। ਉਹ ਜਿਹੜੀਆਂ ਰੱਬ ਦੀ ਲਿਖੀ ਹੋਈ ਬਾਣੀ ਹੈ, ਇਹਨੂੰ ਕਦੇ ਇੰਨੇ ਧਿਆਨ ਨਾਲ ਕਿਉਂ ਨਹੀਂ ਪੜ੍ਹਿਆ? ਇੱਕ ਸ਼ਬਦ ਪੜ੍ਹੇ ਤੇਰਾ ਖਿਰਦਾ ਟੁੰਬਿਆ ਜਾਏ, ਇਵੇਂ ਸੁਣਿਆ ਹੋਏਗਾ ਉਸ ਸੱਜਣ ਨੇ ਜਿਹੜਾ ਇੱਕ ਸ਼ਬਦ ਸੁਣ ਕੇ ਸਾਰਾ ਕੁਝ ਛੱਡ ਗਿਆ, ਕਹਿਣ ਲੱਗਿਆ ਨਹੀਂ ਅੱਜ ਤੋਂ ਬਾਅਦ ਨਹੀਂ। ਬਹੁਤ ਵਾਰੀ ਬੇਨਤੀ ਕਰਨੇ, ਹਰੇਕ ਗੁਰਦੁਆਰੇ 'ਚ ਪ੍ਰਚਾਰਕ ਵੀ ਸਹਿਮਿਆ ਹੋਇਆ ਹੈ ਤੇ ਗ੍ਰੰਥੀ ਸਿੰਘ ਵੀ ਸਹਿਮੇ ਹੁੰਦੇ ਨੇ। ਘਰ ਦੇ ਕੀ ਕਹਿੰਦੇ ਨੇ, ਕਿਉਂਕਿ ਕੋਈ ਮਰਿਆਦਾ ਦੀ ਗੱਲ ਕਰਦਾ, ਕੋਈ ਮਰਿਆਦਾ ਦੀ ਗੱਲ ਕਰਦਾ। ਜੇ ਹਕੀਕਤ ਦੀ ਗੱਲ ਕਰੀਏ, ਉਹ ਕਹਿੰਦੇ ਨੇ ਮੰਨਣ ਨੂੰ ਤਿਆਰ ਨਹੀਂ, ਝਗੜਾ ਖੜਾ ਹੁੰਦਾ ਹੈ। ਮੈਂ ਬੇਨਤੀ ਕਰਾਂ, ਜਿਸ ਦਿਨ ਬਾਬੇ ਲਹਿਣੇ ਨੇ ਮੱਥਾ ਟੇਕਿਆ ਹੋਏਗਾ ਨਾ, ਉਸ ਦਿਨ ਮੁਕੰਮਲ ਮੱਥਾ ਟੇਕ ਦਿੱਤਾ, ਮੁਕੰਮਲ। ਉਹਨੇ ਮੁੜ ਕੇ ਨਹੀਂ ਕਿਹਾ ਵੀ ਸਾਡੇ ਪਰਿਵਾਰਾਂ 'ਚ ਜਿਵੇਂ ਹੁੰਦੀ ਹੈ, ਅਸੀਂ ਦੇਵੀਆਂ ਤੇ ਜਾਂਦੇ ਹਾਂ, ਅਸੀਂ ਜਗਰਾਤੇ ਕਰਨੇ ਆ, ਤੇ ਇੱਕ ਵਾਰੀ ਤਾਂ ਜਾਏ, ਹੁਣ ਦੇ ਕੀ ਫਰਕ ਪੈਂਦਾ? ਨਹੀਂ, ਉਹ ਮੁਕੰਮਲ ਬਦਲ ਗਿਆ। ਤਾਂਹੀਓ ਗੁਰੂ ਨਾਨਕ ਬਣਿਆ। ਜੇ ਸਿੱਖਾਂ ਤੋਂ ਗੁਰੂ ਨਾਨਕ ਬਣਨਾ ਹੈ ਨਾ, ਖਾਲਸਾ ਮੇਰੋ ਰੂਪ ਹੈ ਖਾਸ। ਅਸੀਂ ਬਾਹਰਲੇ ਸਰੂਪ ਤੇ ਬਹੁਤਾ ਜ਼ੋਰ ਦੇ ਦਿੱਤਾ, ਮੁਬਾਰਕ, ਬੜਾ ਵਧੀਆ, ਪਰ ਜੇ ਤੂੰ ਗੁਰੂ ਗੋਬਿੰਦ ਸਿੰਘ ਦੇ ਰਹਿਣ ਦਾ ਟਿਕਾਣਾ ਬਣਨਾ ਹੈ ਨਾ, ਚੰਗਾ ਇਨਸਾਨ ਬਣਨਾ ਹੈ ਨਾ, ਤਾਂ ਸੱਚ ਕਰਕੇ ਜਾਣਿਓ, ਸ਼ਬਦ ਤੇ ਭਾਵੇਂ ਇੱਕੋ ਹੀ ਸੁਣ ਲੈ, ਸੁਣ ਇਵੇਂ ਜਿਵੇਂ ਤੇਰੇ ਤੇ ਦੁੱਖ ਸੁੱਖ ਦਾ ਅਸਰ ਹੋਵੇ। ਗੁਰੂ ਸ਼ਬਦ ਵਿੱਚ ਕੀ ਕਹਿੰਦੇ ਨੇ? ਅੱਜ ਸੱਚੇ ਪਾਤਸ਼ਾਹ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਨੀਆ ਦੀ ਅਸਲੀਅਤ ਸਾਨੂੰ ਦਿਖਾਈ ਹੈ। ਦੁਨੀਆ ਦੀ ਅਸਲੀਅਤ ਸਾਨੂੰ ਦਿਖਾਈ ਹੈ। ਜਿਉਂ ਸੁਪਨਾ ਅਰ ਪੇਖਣਾ। ਜਿਉਂ ਦਾ ਮਤਲਬ ਹੈ ਜਿਵੇਂ,
ਸੁਪਨਾ ਉਹ ਅਰਥ ਤੁਸੀਂ ਸਮਝਦੇ ਹੋ, ਨੀਂਦ ਵਿੱਚ ਆਏ ਹੋਏ ਕੁਝ ਉਹ ਪਲ ਜਿਹੜੇ ਇੱਕ ਹਕੀਕਤ ਵਾਂਗੂ ਵਰਤੇ। ਵੈਸੇ ਵਿਦਵਾਨਾਂ ਦੀ ਇਹ ਰਾਏ ਹੈ, ਸੁਪਨਾ ਬਹੁਤਾ ਲੰਮੇਰਾ ਨਹੀਂ ਹੁੰਦਾ, ਕੁਝ ਸੈਕਿੰਡ ਦਾ ਹੁੰਦਾ ਹੈ। ਤੇ ਵਿਦਵਾਨਾਂ ਦੀ ਇਹ ਵੀ ਰਾਏ ਹੈ ਵੀ ਸੁਪਨਾ ਆਉਂਦਾ ਕਿਉਂ ਹੈ, ਜਦੋਂ ਅਸਲ ਵਿੱਚ ਅਸੀਂ ਸੌਂ ਜਾਂਦੇ ਹਾਂ, ਦਿਮਾਗ ਨਹੀਂ ਚੱਲਦਾ ਇਦੋਂ ਅੱਗੇ, ਤੇ ਉਹ ਜਦੋਂ ਸੌਂ ਜਾਂਦੇ ਹਾਂ ਤਾਂ ਉਦੋਂ ਦਿਮਾਗ ਜਿਹੜਾ ਉਹ ਫਾਲਤੂ ਚੀਜ਼ਾਂ ਡਿਲੀਟ ਕਰਦਾ ਹੈ, ਉਹ ਪਹਿਲਾਂ ਫੋਲ ਕੇ ਦੇਖਦਾ ਹੈ। ਜਦੋਂ ਫੋਲ ਕੇ ਦੇਖਦਾ ਉਹੀ ਸੁਪਨਾ ਬਣ ਕੇ ਆ ਜਾਂਦਾ ਹੈ। ਸਾਡੇ ਖਿਆਲਾਤ ਹੀ ਸੁਪਨਾ ਬਣਦੇ ਨੇ। ਸਤਿਗੁਰੂ ਆਖਦੇ ਨੇ, ਜਿਉਂ ਸੁਪਨਾ ਅਰ ਵੇਖਣਾ, ਜਿਵੇਂ ਤੂੰ ਸੁਪਨਾ ਵੇਖਣਾ ਹੈ, ਜਿਵੇਂ ਤੂੰ ਤਮਾਸ਼ਾ ਵੇਖਣਾ ਹੈ, ਐਸੇ ਜਗ ਕੋ ਜਾਣ, ਇਵੇਂ ਦੁਨੀਆ ਨੂੰ ਸਮਝ। ਥੋੜਾ ਜਿਹਾ ਮੈਂ ਹੋਰ ਗੱਲ ਕਹਿਣੀ ਚਾਹੁੰਦਾ, ਮਾਫੀ ਵੀ ਮੰਗਣਾ ਨਾਲ। ਸੁਪਨੇ ਵਿੱਚ ਕੋਈ ਰਾਜਾ ਬਣ ਜਾਏ ਤੇ ਸਵੇਰੇ ਉੱਠ ਕੇ ਉਹ ਘਰਦਿਆਂ ਨੂੰ ਕਵੇ ਵੀ ਮੈਂ ਹੁਣ ਰਾਜਾ ਬਣ ਗਿਆ, ਉਹ ਕਹਿਣਗੇ ਕਿਵੇਂ? ਰਾਤ ਤਾਂ ਇੱਥੇ ਸੁੱਤਾ ਸੀ, ਰਾਤੋਂ ਰਾਤ ਰਾਜਾ ਸੁੱਤੇ ਪਏ ਕਿਵੇਂ ਬਣ ਗਿਆ? ਉਹ ਕਹਿੰਦੇ ਮੈਨੂੰ ਸੁਪਨਾ ਆਇਆ, ਮੈਂ ਸੁਪਨੇ 'ਚ ਰਾਜਾ ਬਣ ਗਿਆ। ਤੁਸੀਂ ਦੱਸੋ, ਘਰ ਦੇ ਵੀ ਨਹੀਂ ਮੰਨਣਗੇ ਵੀ ਰਾਜਾ ਬਣ ਗਿਆ ਹੋਏਗਾ। ਦੁਨੀਆ ਨੇ ਕੀ ਮੰਨਣਾ? ਘਰ ਦੇ ਵੀ ਨਹੀਂ ਮੰਨਣਗੇ ਵੀ ਰਾਜਾ ਬਣ ਗਿਆ। ਹੁਣ ਸੋਚਿਓ ਅਸਲੀਅਤ ਵਿੱਚ ਆ ਜਿਹੜਾ ਜਗਤ ਹੈ ਜੇ ਸੁਪਨੇ ਵਰਗਾ ਹੈ, ਤੇ ਹੁਣ ਆਪਾਂ ਇੱਥੇ ਕਿੱਡੇ ਰਾਜੇ ਬਣੀ ਬੈਠੇ ਹਾਂ। ਜੇ ਕਿਸੇ ਦੇ ਘਰ ਜਾਈਏ ਉਹਦਾ ਘਰ ਨਾ ਵੇਖੀਏ ਤੇ ਉਹ ਘਰ ਵਾਲਾ ਨਾਰਾਜ਼ ਹੋ ਜਾਂਦਾ ਵੀ ਭਾਈ ਸਾਹਿਬ ਤੁਸੀਂ ਆਏ ਤੇ ਘਰ ਵੀ ਨਾ ਵੇਖਿਆ। ਵੇਖਣਾ ਕੀ ਹੁੰਦਾ ਹੈ? ਉਹੇ ਜਿਹੇ ਬੈਡਰੂਮ ਨੇ, ਉਹੇ ਜਿਹੇ ਹੀ ਸਾਰਿਆਂ ਦੇ ਬੈੱਡ ਲੱਗੇ ਹੁੰਦੇ ਨੇ। ਫਰਕ ਸਿਰਫ ਇੰਨਾ ਵੀ ਕਹਿ ਆਪਾਂ ਦੇਖਦੇ ਕਿ ਬਈ ਵਾਹ ਆ ਕਮਾਲ ਕੀਤੀ, ਇਹੋ ਜਿਹਾ ਨਹੀਂ ਕਿਸੇ ਦਾ। ਇਹ ਸ਼ਬਦਾਂ ਦੀ ਅਸਲ 'ਚ ਭੁੱਖ ਹੁੰਦੀ ਅੰਦਰ। ਹਕੀਕਤ ਕੀ ਹੈ? ਸੱਚ ਕੀ ਹੈ? ਬਹੁਤ ਕੁਝ ਸੰਭਾਲ ਕੇ ਤੁਰਨਾ ਚਾਹੀਦਾ ਹੈ। ਸਭ ਕਹਿੰਦੇ ਵੀ ਜੇ ਤੂੰ ਇੱਥੇ ਰਾਜਾ ਬਣੀ ਬੈਠਾ ਹੈ, ਸੱਜਣਾ ਇਹ ਤਾਂ ਸੁਪਨੇ ਦਾ ਰਾਜਾ ਹੈ। ਬਿਰਖੈ ਗੇਤ ਸਭ ਜਨਤੇ ਇਕੱਠੇ, ਇੱਕ ਟੱਟੇ ਇੱਕ ਬੋਲਣ ਮਿੱਠੇ, ਅਸ਼ਟ ਅਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਆਂ। ਉੱਥੇ ਕੋਈ ਕਿਸੇ ਨੂੰ ਨਹੀਂ ਜਾਣਦਾ ਕਿੱਥੋਂ ਆਏ ਹੋ ਕਿੱਥੇ ਚੱਲੇ। ਸੱਚ ਕੀ ਹੈ? ਸੱਚ ਨੂੰ ਸਮਝੀਏ। ਐਵੇਂ ਦੁਨੀਆ ਦੀਆਂ ਨਜ਼ਰਾਂ 'ਚ ਨਾ ਜੀਵੀਏ, ਆਪਣੀਆਂ ਨਜ਼ਰਾਂ 'ਚ ਜੀਵੀਏ। ਆਪਣੇ ਆਪ ਨੂੰ ਵੇਖੀਏ ਮੈਂ ਕੀ ਹੈ। ਜਿਸ ਬੰਦੇ ਨੇ ਆਪਣੇ ਆਪ ਨੂੰ ਵੇਖ ਲਿਆ ਉਹ ਕੁਰਲਾ ਉਠੇਗਾ। ਹੋਂ ਪਰਾਧੀ ਗੁਨਹਗਾਰ ਹੋਂ ਬੇਮੁਖ ਮੰਦਾ, ਚੋਰ ਜਾਰ ਜੁਆਰ ਹੋਂ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ ਗੰਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨ ਰਖੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨ ਰਖੰਦਾ, ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਜਿਹਦੇ ਔਗਣ ਹੋਣਗੇ ਤੇ ਬੇਨਤੀਆਂ ਕਰੇਗਾ, ਸਤਿਗੁਰੂ ਕਿਰਪਾ ਕਰ ਮੇਰਾ ਪਰਦਾ ਕੱਜ ਲੈ। ਜਿਸ ਦਿਨ ਜਗਤ ਨੂੰ ਸੁਪਨਾ ਸਮਝ ਲਿਆ ਨਾ, ਇਹ ਸੁਪਨੇ ਵਿੱਚ ਮਿਲੇ ਹੋਏ ਸੱਜਣ ਮਿੱਤਰ ਨੇ, ਸਕੇ ਸੰਬੰਧੀ, ਸੁਪਨੇ ਦਾ ਮਿਲਿਆ ਹੋਇਆ ਘਰ ਹੈ, ਸੁਪਨਾ ਹੈ। ਹਕੀਕਤ ਕੀ ਹੈ? ਉਹ ਗੁਰੂ ਨੂੰ ਪੁੱਛ ਕੇ ਦੇਖ, ਫਿਰ ਤੈਨੂੰ ਪਤਾ ਲੱਗੇਗਾ ਮਨਾ ਹਕੀਕਤ ਕੀ। ਕਿਉਂ ਕਿਸੇ ਨਾਲ ਵੈਰ ਵਿਰੋਧ ਕਰ ਰਹੀ ਹੈ? ਜੋ ਸੁਪਨਾ ਅਰ ਵੇਖਣਾ। ਕਨੌਜ ਇੰਡੀਆ ਦੇ ਵਿੱਚ ਇੱਕ ਇਹੋ ਜਿਹੀ ਥਾਂ ਹੈ। ਵੈਸੇ ਇੱਥੇ ਸ਼ੇਰਸ਼ਾਹ ਸੂਰੀ ਦਾ ਜੰਗ ਹੋਇਆ ਸੀ, ਜਿੱਥੋਂ ਹੁਮਾਯੂੰ ਭੱਜਿਆ ਸੀ। ਕਨੌਜ ਦੇ ਵਿੱਚ ਇੱਕ ਥਾਂ ਬਣੀ ਹੋਈ ਹੈ, ਜਿਹੜੇ ਲੋਕ ਤਮਾਸ਼ਾ ਕਰਦੇ ਨੇ ਨਾ, ਉਹ ਉੱਥੋਂ ਦੇ ਪੀਰ ਨੂੰ ਮੰਨਦੇ ਨੇ। ਇੱਕ ਮਦਾਰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਇਆ। ਉਹ ਕੁਛ ਉਹਨੇ ਸਰੀਰ ਦੇ ਉੱਤੇ ਬਸ ਇੱਕ ਲੱਕ ਦੁਆਲੇ ਕੱਪੜਾ ਲਪੇਟਿਆ ਹੋਇਆ ਸੀ, ਹੋਰ ਕੁਛ ਨਹੀਂ ਸੀ ਕੱਪੜਾ ਪਹਿਨਦਾ। ਉਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਫੁੱਲ ਤੋੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਲਿਆ। ਹਜ਼ੂਰ ਹੱਸ ਪਏ, ਕਹਿਣ ਲੱਗੇ ਫਕੀਰ ਜੀ ਤੁਸੀਂ ਬਾਕੀ ਕੁਛ ਨਹੀਂ ਪਾਇਆ ਹੋਇਆ ਤੇ
ਕੱਪੜਿਆਂ ਦਾ ਤਿਆਗ ਕੀਤਾ ਹੋਇਆ, ਬਾਕੀ ਸਾਰੇ ਜੀਵਨ ਬੜਾ ਸੰਕੋਚਿਆ ਹੋਇਆ ਤੇ ਫੁੱਲ ਦੀ ਵੀ ਕੋਈ ਲੋੜ ਨਹੀਂ ਸੀ, ਮੀਂਹ ਆ ਜਾਂਦੇ। ਉਹ ਕਹਿਣ ਲੱਗਿਆ, ਨਹੀਂ ਪਾਤਸ਼ਾਹ, ਤੇਰੇ ਵਰਗਿਆਂ ਦੇ ਘਰ ਖਾਲੀ ਹੱਥ ਆਉਣਾ ਬੇਅਦਬੀ ਹੈ। ਸਾਹਿਬ ਕਹਿੰਦੇ, ਨਹੀਂ, ਫਿਰ ਤੁਸੀਂ ਸੱਚ ਨਹੀਂ ਸੁਣਿਆ। ਮੇਰੇ ਘਰ ਆਉਣਾ, ਖਾਲੀ ਹੱਥ ਆਉਣਾ ਬੇਅਦਬੀ ਨਹੀਂ, ਸਾਡੇ ਘਰ ਖਾਲੀ ਦਿਲ ਆਉਣਾ ਬੇਅਦਬੀ ਹੈ। ਜੇ ਤੇਰੇ ਦਿਲ 'ਚ ਪਿਆਰ ਨਹੀਂ ਨਾ, ਉਸ ਤੋਂ ਸਖਣਾ ਕਰਕੇ ਆਉਣਾ ਬੇਅਦਬੀ ਹੈ। ਉਸ ਵੇਲੇ ਦੇ ਕੁਝ ਸਵਾਲ ਜਵਾਬ ਲਿਖੇ ਨੇ ਵਿਦਵਾਨਾਂ। ਉਹ ਗੁਰੂ ਜੀ ਪੁੱਛਦੇ ਨੇ, ਉਹ ਮਦਾਰੀ ਹੂ, ਕਹਿਣ ਲੱਗੇ, ਭਲਿਆ ਉਹ ਰੱਬ ਦੇ ਪਿਆਰ ਵਾਲਿਆ, ਤੂੰ ਖਾਲੀ ਹੱਥੀ ਆ ਜਾਂਦਾ ਤਾਂ ਕੀ ਹੋਇਆ ਸੀ? ਹੁਣ ਮਦਾਰ ਜਵਾਬ ਦਿੰਦਾ ਹੈ, ਕਹਿਣ ਲੱਗਿਆ, ਉਹ ਜਲਾਲੇ ਕੂ ਖਾਲੀ ਦਸਤੇ ਰੁਸਵਾ, ਖਾਲੀ ਹੱਥ ਹੋਣਾ ਬੇਅਦਬੀ ਕਰਨੀ ਹੈ। ਸਭ ਕਹਿੰਦੇ, ਨਹੀਂ, ਉਹ ਮਦਾਰੀ ਹੂ ਖਾਲੀ ਦਿਲੇ ਰੁਸਵਾ, ਖਾਲੀ ਦਿਲ ਆ ਕੇ ਲੈ ਕੇ ਆਉਣਾ ਰੁਸਵਾ ਹੈ, ਇਹ ਬੇਅਦਬੀ ਹੈ। ਫਿਰ ਵੀ ਤੂੰ ਕਿਵੇਂ ਆਇਆ ਏਡੀ ਦੂਰੋਂ? ਏਡੀ ਦੂਰੋਂ ਤੋਂ ਕਿਵੇਂ ਆਇਆ? ਕਨੌਜ ਤੋਂ ਚੱਲ ਕੇ ਆਇਆ। ਉਹ ਕਹਿਣ ਲੱਗਿਆ, ਬਾਦਸ਼ਾਹ, ਮੈਂ ਇੱਕ ਸੱਚ ਦੇਖਣਾ ਹੈ। ਕਹਿੰਦੇ, ਕੀ? ਕਹਿਣ ਲੱਗੇ, ਅਸੀਂ ਲੋਕ ਆਪਣੇ ਪੁੱਤ ਨੂੰ ਧਰਤੀ ਤੇ ਪਾ ਕੇ, ਉੱਤੇ ਚਾਦਰ ਪਾ ਕੇ, ਹਾਲਾਂਕਿ ਤਮਾਸ਼ਾ ਹੀ ਹੈ, ਝੂਠ ਹੀ ਹੁੰਦਾ ਹੈ, ਪਰ ਲੋਕਾਂ ਨੂੰ ਮੈਂ ਗਰਦਨ ਹਿਲਾ ਕੇ ਦਿਖਾਉਣੇ ਵੀ ਮੈਂ ਉਹਦੀ ਗਰਦਨ ਵੱਢ ਦਿੱਤੀ, ਤੇ ਲੋਕਾਂ ਨੂੰ ਤਰਲੇ ਕਰਨੇ ਆ, ਮੇਰਾ ਪੁੱਤ ਤੜਫਦਾ, ਕੋਈ ਪੈਸੇ ਦੇ ਦਿਓ, ਮੈਂ ਇਹਦੀ ਗਰਦਨ ਜੋੜਦੇ ਆ। ਕਹਿੰਦੇ, ਫਿਰ ਵੀ ਲੋਕੀ ਕੁਝ ਪੈਸੇ ਦੇ ਕੇ ਚਲੇ ਜਾਂਦੇ ਨੇ, ਬਾਕੀ ਛੱਡ ਕੇ ਚਲੇ ਜਾਂਦੇ। ਪੁੱਤ ਨੂੰ ਤੜਫਦਿਆਂ ਦੇਖ ਕੇ ਵੀ ਛੱਡ ਕੇ ਚਲੇ ਜਾਂਦੇ ਨੇ, ਪੈਸੇ ਵੀ ਨਹੀਂ ਦਿੰਦੇ। ਅਸੀਂ ਸੁਣਿਆ ਤੂੰ ਸਿੱਖਾਂ ਕੋਲੋਂ ਸਿਰ ਮੰਗੇ, ਪੈਸੇ ਤਾਂ ਕੋਈ ਦੇ ਵੀ ਸਕਦਾ, ਤੂੰ ਸਿੱਖਾਂ ਕੋਲੋਂ ਸਿਰ ਮੰਗੇ। ਤੇ ਸੁਣਿਆ ਤੇਰੇ ਸਿੱਖਾਂ ਨੇ ਸਿਰ ਦੇਣ ਵਾਸਤੇ ਹਾਜ਼ਰ ਹੋ ਗਏ। ਅਸੀਂ ਉਹ ਸਿੱਖ ਦੇਖਣ ਆਏ ਹਾਂ, ਅਸੀਂ ਉਹ ਗੁਰੂ ਦੇਖਣ ਆਏ ਹਾਂ। ਸਭ ਕਹਿੰਦੇ, ਭਲਿਆ, ਬਸ ਇੰਨਾ ਹੀ ਅੰਤਰ ਹੈ, ਤੂੰ ਤਮਾਸ਼ਾ ਕਰਦਾ, ਅਸੀਂ ਤਮਾਸ਼ਾ ਵੇਖਦੇ ਹਾਂ। ਜਗਤ ਇੱਕ ਤਮਾਸ਼ਾ ਹੈ। ਜੇ ਪਤਾ ਲੱਗ ਗਿਆ ਗੁਰੂ ਕੋਲ ਵਿਕਣ ਲੱਗੇ ਆ ਤੇ ਬੜਾ ਮੁੱਲ ਪੈਣਾ ਹੈ, ਤੇ ਇਹਨਾਂ ਨੇ ਸੀਸ ਭੇਟ ਕਰ ਦਿੱਤਾ ਹੈ। ਬੇਨਤੀ ਕਰਾਂ ਪਿਆਰ ਵਾਲਿਓ, ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ਾ ਆਈ। ਬਾਜੀਗਰ ਸਵੰਗ ਸਕੇਲਾ, ਆਪਣੇ ਰੰਗ ਰਵੇ ਅਕੇਲਾ। ਸੁਪਨਾ ਟੁੱਟ ਗਿਆ, ਸਿਰਫ ਸੁਪਨਾ ਵੇਖਣ ਵਾਲਾ ਰਹਿ ਗਿਆ। ਜਿਵੇਂ ਮਦਾਰੀ ਉਹ ਚਲਾ ਗਿਆ, ਸਾਰਾ ਕੁਝ ਖੇਡ ਕਰਕੇ ਆਇਆ, ਵੀ ਆਉਂਦਾ ਹੋਇਆ ਵੀ ਮਦਾਰੀ ਕੱਲਾ ਸੀ, ਜਾਂਦਾ ਹੋਇਆ ਵੀ ਬਾਜੀਗਰ ਕੱਲਾ ਹੀ ਜਾ ਰਿਹਾ, ਤੇ ਬਾਕੀ ਕੁਝ ਵੀ ਨਹੀਂ, ਖੇਡ ਖਤਮ ਹੋ ਗਈ। ਇਸੇ ਤਰ੍ਹਾਂ ਸਾਡੀ ਹਕੀਕਤ ਹੈ, ਇਨਮੇ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਬਸ ਮੈਂ ਤੈਨੂੰ ਉਹਦਾ ਲੜ ਪਕੜਾਉਣਾ ਚਾਹੁੰਦਾ, ਰੇ ਨਾਲ ਇਹ ਸਾਚੀ ਜੀ ਜਾਨ, ਸਗਲ ਜਗਤ ਹੈ ਜੈਸੇ ਸੁਪਨਾ। ਕਹਿੰਦੇ ਸੰਸਾਰ ਤਾਂ ਰੇ ਨਾਲ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਕਹਿੰਦੇ ਸੰਸਾਰ ਸੁਪਨੇ ਬੱਤਰ ਹੈ, ਜਿਹੜਾ ਸੱਚ ਹੈ ਮੈਂ ਤੈਨੂੰ ਉਹਦਾ ਲੜ ਪਕੜਾਉਣਾ ਚਾਹੁੰਦਾ। ਇਨਮੇ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਰੱਬ ਦਾ ਲੜ ਪਕੜ ਲਈਏ, ਫਿਰ ਸਾਡਾ ਜੀਵਨ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਭੁੱਲਾ ਨਾ ਚਟਾਰਦੇ ਹੋਏ, ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।